संत पाए। प्रभु कृपा दे गुरमुखे हरि पाया गया हुआ। वार वार नानक योग बेरे। साजना 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 संत आओ मेरे, 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 संत आओ। जगत गुरु श्री गुरु नानक देव जी ते जगत माता सुलखनी जी का आनंद कारज 533 साल पहला दर्शन करो किथे होया सी। साजना 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 संत आओ मेरे, संत आओ मेरे, संत आओ मेरे, संत आओ मेरे, संत आओ मेरे। डेरा साहब विच पालकी साहब नूं कुछ समा पहला सजाया जांदा सी ते किसी अलौकिक नज़ारे दी झलक दिखाई दिंदी सी। वेखो किसने रुकवाया सारियां दे नाल पालकी नूं सजाउणा। साजना 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 संत आओ मेरे, संत आओ मेरे, संत आओ मेरे, संत आओ मेरे, संत आओ। देशों तो संगत बटाला गुरधामां दे दर्शन करती है, पर पवित्र स्थान गुरुद्वारा डेरा साहब संगत दर्शन नहीं करती। कौन क्यों भटका रहा है जानना जरूरी है। साजना 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 संत आओ मेरे, संत आओ मेरे, संत आओ मेरे, संत आओ। गृहस्थ धर्म च प्रवेश करन लई किहड़े कर्मकांड नूं नकारिया ते किस नूं हाਜ਼ਰ नाਜ਼ਰ मान के आनंद कारज कीता। बटाला दे गुरुद्वारा डेरा साहब जो पेका घर सी माता सुलखनी जी दा। दर्शन करो गुरु नानक देव जी ते माता सुलखनी जी दे आनंद कारज वाले दिन विआह पूरब किन्नी शरधा ते चाਅ नाल मनाया जांदा है। साजना 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 संत आओ मेरे, संत आओ मेरे, संत आओ मेरे, संत आओ मेरे, संत आओ। ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਤਾਂ 533 ਸਾਲ ਪਹਿਲੇ ਸਾਧੂ ਸੰਤਾਂ ਮਹਾਂਪੁਰਖਾਂ ਰਾਜਿਆਂ ਮਹਾਰਾਜਿਆਂ ਦੇ ਨਾਲ ਬਟਾਲਾ ਦੀ ਇਸ ਮਾਮੂਲੀ ਮਿੱਟੀ ਨੂੰ ਪਵਿੱਤਰ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਦੇ ਇੱਥੇ ਚਰਨ ਪਏ ਸੀ ਔਰ ਇਹ ਜੋ ਮਿੱਟੀ ਹੈ ਪੂਜਣ ਯੋਗ ਹੋ ਗਈ ਸੀ, ਸਜਦੇ ਕਰਨ ਦੇ ਯੋਗ ਹੋ ਗਈ ਸੀ। ਇੱਕ ਪਟਵਾਰੀ ਦਾ ਘਰ ਸੀ ਜਿੱਥੇ ਮਾਤਾ ਸੁਲੱਖਣੀ ਜਿਹੜੀ ਹੈ ਉਹ ਪਰਮਾਤਮਾ ਦਾ ਹਰ ਜਸ ਗਾਇਨ ਕਰਦੀ ਸੀ, ਉਹਨਾਂ ਦੀ ਭਗਤੀ 'ਚ ਲੀਨ ਰਹਿੰਦੇ ਸੀ ਔਰ ਇਸੇ ਹੀ ਜਗ੍ਹਾ 'ਤੇ ਨਿਰੰਕਾਰ ਜੋ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਬਾਰਾਤ ਦੇ ਨਾਲ ਵਿਆਹਣ ਵਾਸਤੇ ਆਏ ਸੀ। ਅੱਜ ਤੋਂ 533 ਸਾਲ ਪਹਿਲਾਂ कैसा माहौल होएगा, कैसा अलौकिक नज़ारा होएगा,
ਜਦੋਂ ਨਿਰੰਕਾਰ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਸ ਘਰ ਦੇ ਵਿੱਚ ਟੁਕੇ ਹੋਣਗੇ, ਇੱਕ ਪਾਸੇ ਪਟਵਾਰੀ ਰਾਜੇ ਮਹਾਰਾਜੇ ਉਸ ਬਾਰਾਤ ਦਾ ਸਵਾਗਤ ਕਰ ਰਹੇ ਹੋਣਗੇ ਔਰ ਦੂਸਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਵੀ ਪਟਵਾਰੀ ਤੇ ਰਾਜੇ ਮਹਾਰਾਜੇ ਬਾਰਾਤ ਲੈ ਕੇ ਜਦੋਂ ਟੁਕੇ ਹੋਣਗੇ, ਉਸ ਨਜ਼ਾਰੇ ਨੂੰ ਥੋੜਾ ਜਿਹਾ ਅਸੀਂ ਚਾਹਾਂਗੇ ਕਿ ਸੰਗਤ ਅੱਖਾਂ ਬੰਦ ਕਰਕੇ ਆਪਣੇ ਜੋ ਇਹ ਪਿਕਚਰਾਈਜ਼ ਇੱਕ ਕਰੇ, ਇੱਕ ਸੋਚਣ ਦੀ ਕੋਸ਼ਿਸ਼ ਕਰੇ ਔਰ ਆਪਣੇ ਆਪ ਨੂੰ 533 ਸਾਲ ਪਹਿਲੇ ਲੈ ਜਾਣ ਦੀ ਕੋਸ਼ਿਸ਼ ਜ਼ਰੂਰ ਕਰੋ। ਸ਼ਾਇਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਪ ਜੀ ਨੂੰ ਕਿਤੇ ਨਾ ਕਿਤੇ ਦਰਸ਼ਨ ਜ਼ਰੂਰ ਹੋ ਜਾਣਗੇ। ਬਾਕੀ ਤੁਹਾਡੀ ਆਪਣੀ ਭਗਤੀ ਹੈ, ਤੁਹਾਨੂੰ ਉਹ ਜਿਹਾ ਕਿਹੋ ਜਿਹਾ ਫਲ ਮਿਲਦਾ। ਪਰ ਸਾਡੇ ਨਾਲ ਐਡਵੋਕੇਟ ਰਜਿੰਦਰ ਸਿੰਘ ਜੋ ਕਿ ਸਾਬਕਾ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ, ਉਹ ਸਾਡੇ ਨਾਲ ਨੇ। ਅਸੀਂ ਇਹਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਤੋਂ 533 ਸਾਲ ਪਹਿਲੇ ਇਹ ਮਿੱਟੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਚਰਨ ਲੱਗਣ ਤੋਂ ਪਹਿਲਾਂ ਚਰਨ ਛੋਹ ਹੋਣ ਤੋਂ ਪਹਿਲਾਂ ਮਾਮੂਲੀ ਮਿੱਟੀ ਸੀ, ਉਸ ਤੋਂ ਬਾਅਦ ਸਜਦਿਆਂ ਵਾਲੀ ਮਿੱਟੀ ਹੋ ਗਈ, ਪੂਜਣ ਯੋਗ ਹੋ ਗਈ, ਇੱਥੇ ਖੜ ਖੜ ਕੇ ਅਰਦਾਸਾਂ ਹੋਣ ਲੱਗੀਆਂ, ਇੱਥੋਂ ਮਿੱਟੀ ਨੂੰ ਲੈ ਕੇ ਲੋਕ ਆਪਣੇ ਘਰਾਂ 'ਚ ਲਗਾਉਣ ਲੱਗੇ। ਅੱਜ ਤੋਂ 533 ਸਾਲ ਪਹਿਲੇ ਦਾ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਮਾਹੌਲ ਕੈਸਾ ਰਿਹਾ ਹੋਏਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸ਼ੁਭ ਦਿਹਾੜੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਟਾਲਾ ਸ਼ਹਿਰ ਵਿਖੇ ਜਗਤ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਵਾਸਤੇ ਆਏ ਸਨ। ਜੇ ਅੱਜ ਤੋਂ 533 ਸਾਲ ਪਹਿਲਾਂ ਦੀ ਝਾਤੀ ਮਾਰੀਏ, ਵਿਚਾਰ ਕਰੀਏ ਕਿ ਉਸ ਵੇਲੇ ਜੀਵਨ ਕੈਸਾ ਹੋਵੇਗਾ। ਜੀਵਨ 'ਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਜ ਤੋਂ 533 ਸਾਲ ਪਹਿਲਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਆਪਣੇ ਪਰਿਵਾਰ ਸਮੇਤ ਬਟਾਲਾ ਸ਼ਹਿਰ ਵਿਖੇ ਚਰਨ ਪਾਏ। ਇਹ ਉਹ ਸਥਾਨ ਹੈ ਜਿੱਥੇ ਮਾਤਾ ਸੁਲੱਖਣੀ ਜੀ ਦਾ ਆਪਣਾ ਘਰ ਸੀ। ਮਾਤਾ ਸੁਲੱਖਣੀ ਦੇ ਪਿਤਾ ਜੀ ਮੂਲ ਚੰਦ, ਮਾਤਾ ਚੰਦੋ ਰਾਣੀ ਜੀ ਨੇ ਉਸ ਵੇਲੇ ਚਾਲ ਮਲਹਾਰ ਬਹੁਤ ਕੀਤੇ ਹੋਣਗੇ, ਕਿਉਂਕਿ ਹਰ ਮਾਂ ਬਾਪ ਆਪਣੇ ਬੇਟੀ ਵਾਸਤੇ ਜ਼ਰੂਰ ਚਿੰਤਤ ਹੁੰਦਾ, ਪਰ ਇਹ ਜੋ ਚਿੰਤਾ ਵਾਲੀ ਗੱਲ ਨਹੀਂ ਸੀ, ਉਹਨਾਂ ਤੇ ਪ੍ਰਭੂ ਦੀ ਕਿਰਪਾ ਸੀ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਇੱਥੇ ਚਰਨ ਪਾਉਣੇ ਸਨ। ਆਪਾਂ ਜੇ ਵਿਚਾਰ ਕਰੀਏ ਤੇ ਪਿਤਾ ਕਾਲੂ ਜੀ ਕਿੰਨੇ ਵਡਭਾਗੀ ਹੋਣਗੇ ਉਸ ਵੇਲੇ, ਕਿੰਨੀ ਉਹਨਾਂ ਦੀ ਤਪੱਸਿਆ ਹੋਵੇਗੀ ਕਿ ਜਿਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਕਾਸ਼ਮਾਨ ਹੋਏ। ਬਿਲਕੁਲ, ਕਿਉਂਕਿ ਜਿਹੜੀਆਂ ਭਾਵਨਾ ਹਨ ਨਾ ਮਾਤਾ ਪਿਤਾ ਦੀਆਂ, ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਅੱਜ ਦੇ ਦਿਨ ਸਿੱਖੀ ਵਾਸਤੇ ਅੱਜ ਦਾ ਦਿਨ ਮਹਾਨ ਕੀ ਹੈ। ਅੱਜ ਦੇ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਵਾਹ ਪਰਬ ਹੈ। ਇਹ ਇੱਕ ਬਹੁਤ ਹੀ ਵਡਭਾਗਾ ਦਿਨ ਹੈ। ਪਰ ਅੱਜ ਦੇ ਦਿਨ ਸਿੱਖ ਇਤਿਹਾਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਕਿਹੜੀ ਨਵੀਂ ਪਰੰਪਰਾ ਚਲਾਈ ਸੀ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਪਹਿਲਾਂ ਇਸ ਸੰਸਾਰ ਵਿੱਚ ਅਗਨੀ ਪੂਜਾ ਕੀਤੀ ਜਾਂਦੀ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਬਟਾਲਾ ਸ਼ਹਿਰ ਵਿਖੇ ਵਿਆਹੁਣ ਵਾਸਤੇ ਆਏ ਸਨ, ਉਹਨਾਂ ਮੂਲ ਮੰਤਰ ਲਿਖਿਆ। ਮੂਲ ਮੰਤਰ ਦੇ ਲਿਖ ਕੇ ਉਹਨਾਂ ਨੇ ਲਾਵਾਂ ਕੀਤੀਆਂ ਸਨ। ਨਵੀਂ ਰੀਤ ਚਲਾਈ ਸੀ, ਕਿਉਂਕਿ ਜਦੋਂ ਨਵੀਂ ਰੀਤ ਚੱਲਦੀ ਹੈ ਨਾ ਤੇ ਵਿਰੋਧ ਵੀ ਹੁੰਦਾ। ਵਿਰੋਧ ਹੋਣਾ ਉਸ ਵੇਲੇ ਕੋਈ ਐਸੀ ਗੱਲ ਨਹੀਂ ਸੀ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਪਹਿਲੀ ਜੋਤ ਸਨ, ਉਹਨਾਂ ਨੇ ਇਹ ਨਵੀਂ ਰੀਤ ਚਲਾ ਕੇ ਸਿੱਖ ਕੌਮ ਨੂੰ, ਸਿੱਖ ਧਰਮ ਨੂੰ ਔਰ ਸਾਰਿਆਂ ਨੂੰ ਹੀ ਸੰਦੇਸ਼ ਦਿੱਤਾ ਕਿ ਜਿਤਨਾ ਨਾਲ ਅਸੀਂ ਵਿਆਹੁਣ ਜਾਣਾ ਨਾ, ਉਹ ਪੂਜਨ ਯੋਗ ਹਨ। ਮਾਤਾ ਜੀ ਦਾ, ਮਾਤਾ ਸੁਲੱਖਣੀ ਜੀ ਨੂੰ ਜੋ ਦਰਜਾ ਮਿਲਿਆ ਸੀ, ਕੋਈ ਆਮ ਔਰਤ ਨਹੀਂ ਸੀ ਲੈ ਸਕਦੀ। ਬਿਲਕੁਲ ਜੀ। ਗੱਲ ਕੀਤੀ ਜਾਵੇ ਅੱਜ ਤੋਂ 533 ਸਾਲ ਪਹਿਲਾਂ ਤਾਂ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਕ੍ਰਾਂਤੀਕਾਰੀ ਸੋਚ, ਇਨਕਲਾਬੀ ਸੋਚ ਦਾ ਉਸੇ ਸਮੇਂ ਹੀ ਮੁਜ਼ਾਹਰਾ ਕਰ ਦਿੱਤਾ ਸੀ, ਪ੍ਰਦਰਸ਼ਨ ਕਰ ਦਿੱਤਾ ਸੀ। ਜਦੋਂ ਇੱਕ ਪਾਸੇ ਰਿਸ਼ਤੇਦਾਰ ਹੋਣ, ਭੈਣ ਭਰਾ ਹੋਣ, ਸਾਰਾ
ਸਹੁਰਿਆਂ ਵਾਲੇ ਪਾਸਿਓਂ ਵੀ ਔਰ ਆਪਣੇ ਪਾਸਿਓਂ ਵੀ ਰਿਸ਼ਤੇਦਾਰ ਭੈਣ ਭਰਾ ਰਾਜੇ ਮਹਾਰਾਜੇ ਇਕੱਠੇ ਹੋਏ ਹੋਣ ਔਰ ਉਹਨਾਂ ਅਸੀਂ ਅਕਸਰ ਵਿਆਹਾਂ ਸ਼ਾਦੀਆਂ ਦੇਖਦੇ ਹਾਂ ਤੇ ਮੁੰਡੇ ਨੂੰ ਜੋ ਵੱਡੇ ਕਹਿੰਦੇ ਨੇ ਮੁੰਡਾ ਉਦਾਂ ਹੀ ਕਰਦਾ ਵਿਆਹ ਵਾਲਾ ਮੁੰਡਾ। ਜੇ ਉਹ ਕਹਿਣਗੇ ਇੱਧਰ ਬੈਠ ਉੱਧਰ ਬੈਠ ਜਾਏਗਾ, ਜੇ ਕਹਿਣਗੇ ਸੱਜੇ ਬੈਠ ਜਾਏਗਾ, ਜੇ ਉੱਠ ਕੇ ਫੇਰੇ ਕਰਨ ਵਾਸਤੇ ਵੀ ਤੁਰੇ ਤੇ ਉਹ ਫਿਰ ਪੁੱਛਦਾ ਵੀ ਸੱਜੇ ਨੂੰ ਜਾਣਾ ਕਿ ਖੱਬੇ ਨੂੰ, ਸੋ ਇਸ਼ਾਰਾ ਕਰਦੇ ਤੇ ਮੁੰਡਾ ਇਸ਼ਾਰਿਆਂ ਤੇ ਲੱਗਦਾ। ਪਰ ਇੱਥੇ ਕੀ ਸੀ ਕਿ ਵਿਆਹ ਵਾਲਾ ਮੁੰਡਾ ਯਾਨੀ ਕਿ ਉਸ ਸਮੇਂ 'ਚ ਜੋ ਸੀ ਗੁਰੂ ਨਾਨਕ ਪਾਤਸ਼ਾਹ ਜੀ, ਸੋ ਉਹ ਜਦੋਂ ਆਉਂਦੇ ਨੇ ਤਾਂ ਆਣ ਕੇ ਉਹਨਾਂ ਨੇ ਸਹੁਰੇ ਘਰ ਦੇ ਵਿੱਚ ਹੀ ਇਹ ਚੀਜ਼ ਦੀ ਸਿੱਖੀ ਦੇ ਵਿੱਚ ਜਿਹੜੀ ਇੱਕ ਨਵੀਂ ਪਰੰਪਰਾ ਸੀ ਉਹਦੀ ਸ਼ੁਰੂਆਤ ਕੀਤੀ ਸੀ ਕਿ ਗ੍ਰਸਥ ਧਰਮ 'ਚ ਸ਼ਾਮਲ ਹੋਣਾ ਤਾਂ ਕਿਹਦੀ ਹਾਜ਼ਰੀ 'ਚ ਹੋਣਾ, ਕਿਹਨੂੰ ਹਾਜ਼ਰ ਨਾਜ਼ਰ ਮੰਨ ਕੇ ਹੋਣਾ। ਔਰ ਸਿੱਖ ਧਰਮ 'ਚ ਜੋ ਗ੍ਰਸਥ ਧਰਮ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਅਸਥਾਨ ਕਿਹੜਾ ਜੀ, ਜਿਸ ਅਸਥਾਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਸ ਅਸਥਾਨ ਤੇ ਇਹ ਫੇਰੇ ਹੋਏ, ਜਿੱਥੇ ਉਹਨਾਂ ਨੇ ਮੂਲ ਮੰਤਰ ਜਿਹੜਾ ਸੀ ਉਹ ਉਚਾਰਨ ਕਰਕੇ ਜਿੱਥੇ ਫੇਰੇ ਲਏ ਸੀ। ਇਹ ਸਥਾਨ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇਵ ਜੀ ਵਿਆਹਣ ਵਾਸਤੇ ਆਏ ਸਨ। ਇਹ ਮਾਤਾ ਸੁਲੱਖਣੀ ਜੀ ਪਿਤਾ ਜੀ ਮੂਲ ਚੰਦ ਜੀ ਦਾ ਮਾਤਾ ਚੰਦੋ ਰਾਣੀ ਦਾ ਗ੍ਰਹਿ ਸੀ ਜੀ ਜੀ ਕਿਉਂਕਿ ਉਸ ਵੇਲੇ ਦੀ ਖੂਹੀ ਅਜੇ ਤੱਕ ਸਥਾਪਿਤ ਹੈ। ਜੀ ਜੀ ਜਦ ਖੂਹ ਵੱਲ ਦੇਖਦੇ ਹਾਂ ਜਾਂ ਆਪਾਂ ਇਸ ਇਮਾਰਤ ਦੀਆਂ ਦੀਵਾਰਾਂ ਦੇਖਦੇ ਹਾਂ, ਇਹ ਨਾਨਕਸ਼ਾਹੀ ਏਟ ਦੀਆਂ ਬਣੀਆਂ ਹੋਈਆਂ। ਜੀ 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 ਬਿਲਕੁਲ ਨਹੀਂ, ਪਰ ਮੈਂ ਸਥਾਨ ਉਹ ਵੀਰ ਜੀ ਜਾਨਣਾ ਚਾਹਨਾ ਜਿਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੇਰੇ ਲਏ ਸੀ ਉਹ ਸਥਾਨ ਦੀ ਨਿਸ਼ਾਨੀ ਕੀ ਹੈ, ਉਹ ਸਥਾਨ ਕਿਹੜਾ? ਸਥਾਨ ਇਹ ਜੋ ਥੜਾ ਸਾਹਿਬ ਹੈ, ਜੀ ਜੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਜੀ ਜੀ ਦੇਣ ਹੈ। ਜੀ ਜੀ ਕਿਉਂਕਿ ਬਟਾਲੇ ਦੀਆਂ ਸੰਗਤਾਂ ਦੇ ਕਹਿਣ ਤੇ ਉਹਨਾਂ ਨੇ ਬਟਾਲਾ ਸ਼ਹਿਰ ਵਿਖੇ ਚਰਨ ਪਾਏ ਔਰ ਸਭ ਤੋਂ ਪਹਿਲਾਂ ਇਸ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਸਥਾਨ ਨੂੰ ਛੇਵੇਂ ਪਾਤਸ਼ਾਹ ਨੇ ਪ੍ਰਗਟ ਕੀਤਾ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਜਦ ਬਾਬਾ ਗੁਰਦਿੱਤਾ ਜੀ ਨੂੰ ਬਟਾਲਾ ਸ਼ਹਿਰ ਵਿਖੇ ਗੁਰਦੁਆਰਾ ਸਤਿਗੁਰਤਾਰਿਆਂ ਜਿੱਥੇ ਸਥਾਨ ਹੈ ਜੀ ਵਿਆਹੁਣ ਵਾਸਤੇ ਆਏ ਸੀ, ਜੀ ਫਿਰ ਇੱਥੇ ਆਏ ਸੀ ਔਰ ਫਿਰ ਅਤਲ ਸਾਹਿਬ ਵੀ ਗਏ ਨੇ ਜੀ ਗੁਰੂ ਹਰਗੋਬਿੰਦ ਜੀ ਸਾਹਿਬ। ਜੀ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਤੇ ਸਾਡੀ ਪਹਿਲੀ ਪਾਤਸ਼ਾਹੀ ਦੇ ਸਥਾਨ ਨੇ ਵਿਆਹ ਸਥਾਨ ਵਿਆਹ ਸਥਾਨ ਗੁਰੂ ਨਾਨਕ ਦੇਵ ਜੀ ਨੇ। ਜੀ ਜੀ ਔਰ ਇਹ ਜੋ ਥੜਾ ਸਾਹਿਬ ਤੁਸੀਂ ਦੇਖ ਰਹੇ ਹੋ ਔਰ ਇਸ ਥੜਾ ਸਾਹਿਬ ਦੇ ਉੱਪਰ ਜੋ ਅੱਜ ਇਹ ਸਿਹਰੇ ਅਸੀਂ ਦੇਖ ਪਾ ਰਹੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਸਿਹਰੇ ਸਜਾਏ ਹੋਏ ਨੇ। ਆ ਸਿਹਰਿਆਂ ਦੀ ਅਸੀਂ ਗੱਲ ਕਰ ਰਹੇ ਹਾਂ। ਸੋ ਮੈਂ ਇੱਕ ਵਾਰੀ ਕਹਾਂਗਾ ਪ੍ਰਧਾਨ ਜੀ ਇਹਨਾਂ ਨੂੰ ਫੜਿਓ ਔਰ ਇਹਦੇ ਬਾਰੇ ਵੀ ਤੁਹਾਡੇ ਕੋਲੋਂ ਅਸੀਂ ਜ਼ਰੂਰ ਪੁੱਛਾਂਗੇ। ਔਰ ਆ ਜੋ ਸਿਹਰੇ ਨੇ ਜਰਾ ਫੜਨ, ਇਹ ਸਿਹਰੇ ਇਸ ਪਾਵਨ ਥੜੇ ਤੇ ਨੇ। ਇਹ ਥੜਾ ਸੁਸ਼ੋਭਿਤ ਤਾਂ ਕੀਤਾ ਗਿਆ ਕਿਉਂਕਿ ਇਹੀ ਉਹ ਸਥਾਨ ਹੈ ਜਿਸ ਸਥਾਨ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਗ੍ਰਸਥ ਧਰਮ 'ਚ ਜਦੋਂ ਉਹਨਾਂ ਪ੍ਰਵੇਸ਼ ਕੀਤਾ ਤਾਂ ਫੇਰੇ ਹੋਏ ਸੀਗੇ ਔਰ ਇਸੇ ਹੀ ਸਥਾਨ ਦੇ ਉੱਤੇ ਉਹਨਾਂ ਨੇ ਮੂਲ ਮੰਤਰ ਦਾ ਉਚਾਰਨ ਕਰਕੇ ਇਸ ਸ਼ਬਦ ਨਾਮ ਦਾ ਜਿਹੜਾ ਸੀ ਉਹ ਲਿਖ ਕੇ ਫੱਟੀ ਤੇ ਰੱਖ ਕੇ ਔਰ ਉਹਦੇ ਆਸ-ਪਾਸ ਜਿਹੜੇ ਸੀਗੇ 4 ਫੇਰਿਆਂ ਦਾ ਜਿਹੜਾ ਸੀ ਉਹ ਆਗਾਜ਼ ਕੀਤਾ। ਉਸ ਦੇ ਬਾਅਦ ਉਹਨਾਂ ਨੇ ਸਿੱਖੀ ਦੇ ਵਿੱਚ ਸਿੱਖ ਧਰਮ ਦੇ ਵਿੱਚ ਗ੍ਰਸਥ 'ਚ ਆਉਣ ਵਾਸਤੇ ਜਿਹੜਾ ਨਵਾਂ ਮਾਰਗ ਦਰਸ਼ਨ ਸੀ ਉਹ ਕੀਤਾ ਸੀ, ਜਿਸ ਨੂੰ ਸਿੱਖ ਸੰਗਤ ਔਰ ਗੁਰੂ ਨਾਨਕ ਨਾਮ ਲੈਵਾ ਸੰਗਤ ਅੱਜ ਤੱਕ ਨਿਭਾ ਰਹੀ ਹੈ। ਸੋ ਇਹ ਸਿਹਰਿਆਂ ਦੀ ਕੀ ਮਹਾਨਤਾ ਜੀ, ਆਖਿਰ ਅੱਜ ਇਸੇ ਸਥਾਨ ਤੇ ਥੜਾ ਸਾਹਿਬ ਤੇ ਅਸੀਂ ਦੇਖ ਰਹੇ ਹਾਂ ਸਿਹਰੇ ਸਜਾਏ ਹੋਏ ਨੇ, ਇਹ ਸਿਹਰੇ ਕਿਉਂ ਸਜਾਏ ਗਏ? ਜੋ ਪ੍ਰਚਲਿਤ ਰਿਵਾਜ ਸੀ, ਜਦੋਂ ਵੀ ਕੋਈ ਬੱਚਾ ਵਿਆਹੁਣ ਵਾਸਤੇ ਜਾਂਦਾ ਸੀ ਇਹ ਉਹਦੇ ਚਿਹਰੇ ਤੇ ਸਿਹਰਾ ਲਾਇਆ ਜਾਂਦਾ ਸੀ। ਕਿਉਂਕਿ ਮੈਨੂੰ ਯਾਦ ਹੈ ਕਿ ਇੱਥੇ ਜੇ ਸੰਗਤ ਆਉਂਦੀ ਹੈ ਕੈਨੇਡਾ ਤੋਂ ਇੰਗਲੈਂਡ ਤੋਂ, ਉਹ ਗੁਰੂ ਨਾਨਕ ਦੇ ਵਿਆਹਪੁਰ ਤੇ ਜਦ ਨਗਰ ਕੀਰਤਨ ਇਸ ਸਥਾਨ ਤੋਂ ਆਰੰਭ ਹੁੰਦਾ ਹੈ, ਰਸਤੇ ਵਿੱਚ ਕੁਝ ਸੰਗਤਾਂ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਸਿਹਰਾ ਦਿੱਤਾ ਜਾਏ। ਜੀ 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 ਅੱਛਾ ਜੀ, ਕਿਉਂ? ਇਹ ਇਸ ਕਰਕੇ ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਿਹਰਾ ਲਾ ਕੇ ਆਏ ਸੀ ਜੀ, ਕਿਉਂਕਿ ਅਸੀਂ ਆਪਣੇ ਮਨ ਦੀਆਂ ਜੋ ਭਾਵਨਾ ਨੂੰ ਜ਼ਾਹਰ ਕਰ ਰਹੇ ਹਾਂ। ਜੀ 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 ਤਾਂ ਉਹ ਫਿਰ ਇੱਥੇ ਆ ਕੇ ਅਰਦਾਸ ਬੇਨਤੀ ਕਰਦੇ ਨੇ, ਜੀ ਜੋ ਸਿਹਰੇ ਪਾਲਕੀ ਸਾਹਿਬ ਤੇ ਚੜ੍ਹਦੇ ਨੇ ਉਹ ਫਿਰ ਲੈ ਕੇ ਜਾਂਦੇ ਨੇ। ਉਹ ਫਿਰ ਜਦੋਂ ਆਪਣੇ ਬੱਚੇ ਦਾ ਵਿਆਹ ਹੁੰਦਾ, ਮੈਨੂੰ ਯਾਦ ਹੈ ਕਿ ਕੈਨੇਡਾ ਇੰਗਲੈਂਡ ਤੋਂ ਆ ਕੇ ਇੱਥੋਂ ਸਿਹਰੇ ਲੈ ਕੇ ਗਏ, ਫਿਰ ਬਟਾਲਾ ਸ਼ਹਿਰ ਵਿਖੇ ਹੀ ਉਹ ਵਿਆਹ ਵਾਸਤੇ ਆਏ ਨੇ। ਕੀ ਬਾਤ ਹੈ। ਉਹਨਾਂ ਦੇ ਮਨ ਦੀ ਭਾਵਨਾ ਕਿ ਜਿੱਥੋਂ ਸਾਨੂੰ ਸਿਹਰਾ ਮਿਲਿਆ ਅਸੀਂ ਉਸ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਵਿਆਹ ਕਾਰਜ ਕਰਾਉਣੇ ਆ। ਔਰ ਅਰਦਾਸ ਦੇ ਹੁੰਦਿਆਂ ਇੱਥੇ ਕਾਫੀ ਸੰਗਤ ਆਈ ਆ ਹੁਸ਼ਿਆਰਪੁਰ ਤੋਂ ਤੇ ਦੂਜੇ ਸ਼ਹਿਰਾਂ ਤੋਂ, ਜਿੱਥੋਂ ਇਹ ਭਾਵਨਾ ਨੇ। ਅੱਛਾ ਪ੍ਰਧਾਨ ਜੀ, ਇੱਕ ਚੀਜ਼ ਮੈਂ ਜ਼ਰੂਰ ਸੰਗਤਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਅੱਜ ਤੋਂ ਕੁਝ ਸਾਲ ਪਹਿਲੇ
ਇਸ ਸਥਾਨ ਤੋਂ ਜਿਵੇਂ ਅੱਜ ਦਾ ਦਿਹਾੜਾ ਸੰਗਤ ਦਾ ਲਾਮਿਸਾਲ ਠਾਠਾ ਮਾਰਦਾ ਇੱਥੇ ਇਕੱਠ ਹੈਗਾ ਹੈ, ਪਰ ਅੱਜ ਦੇ ਦਿਨ ਇੱਥੋਂ ਨਗਰ ਕੀਰਤਨ ਸਜਾਏ ਜਾਂਦੇ ਸੀਗੇ। ਸਵੇਰ ਤੋਂ ਆਰੰਭਤਾ ਹੁੰਦੀ ਸੀ, ਦੇਰ ਰਾਤ ਤੱਕ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਸੀ। ਨਗਰ ਕੀਰਤਨ ਜਿਸ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਜਿਸ ਪਾਲਕੀ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕੀਤੇ ਜਾਂਦੇ ਸੀਗੇ, ਉਸ ਪਾਲਕੀ ਸਾਹਿਬ ਨੂੰ ਸਿਹਰਿਆਂ ਦੇ ਨਾਲ ਸਜਾਇਆ ਜਾਂਦਾ ਸੀ। ਔਰ ਯਕੀਨ ਮੰਨੋ, ਚਲੋ ਕੋਈ ਪਤਾ ਨਹੀਂ ਕਿਉਂ ਹਟਾ ਦਿੱਤੇ ਗਏ ਉਹ ਵਾਲੇ ਕੰਮ ਨੂੰ, ਪਰ ਜਦੋਂ ਪਾਲਕੀ ਸਾਹਿਬ ਸਿਹਰਿਆਂ ਨਾਲ ਸਜਾਈ ਹੁੰਦੀ ਸੀ, ਕਈ ਸਾਲ ਇਹ ਪਰੰਪਰਾ ਲਗਾਤਾਰ ਜਾਰੀ ਰਹੀ। ਤਾਂ ਜਦੋਂ ਇਹਨਾਂ ਗਲੀਆਂ ਦੇ ਵਿੱਚੋਂ ਦੀ ਉਹ ਪਾਲਕੀ ਸਾਹਿਬ ਗੁਜ਼ਰਦੇ ਸੀਗੇ, ਯਕੀਨ ਮੰਨੋ ਆਪੋ ਆਪਣੀਆਂ ਦੇਖਣ ਵਾਲੀਆਂ ਅੱਖਾਂ ਨੇ, ਤਾਂ ਸੰਗਤ ਨੂੰ ਇਵੇਂ ਹੀ ਲੱਗਦਾ ਸੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਫਿਰ ਸਿਹਰੇ ਸਜਾ ਕੇ ਬਟਾਲੇ ਦੀਆਂ ਗਲੀਆਂ ਦੇ ਵਿੱਚ ਨਿਕਲੇ ਹੋਣ। ਔਰ ਸੰਗਤ ਵੈਸੇ ਹੀ ਦਰਸ਼ਨ ਜਿਹੜੀ ਹੈ ਉਹ ਕਰਦੀ ਸੀ, ਮੰਨਤਾਂ ਆਪਣੀਆਂ ਅਰਦਾਸਾਂ ਕਰਦੀ ਸੀ, ਪੂਰੀਆਂ ਵੀ ਹੁੰਦੀਆਂ ਸੀ। ਇਹ ਮੈਂ ਜ਼ਰੂਰ ਪੁੱਛਣਾ, ਪਹਿਲਾਂ ਤਾਂ ਸਿਹਰੇ ਪਾਲਕੀ ਸਾਹਿਬ ਤੇ ਬੜੇ ਸਜਾਏ ਜਾਂਦੇ ਸੀ, ਹਾਂਜੀ, ਬਹੁਤ ਹੀ ਅਲੌਕਿਕ ਨਜ਼ਾਰਾ ਸੀ, ਵੱਖਰਾ ਨਜ਼ਾਰਾ ਸੀ। ਉਹ ਕੀ ਕਾਰਨ ਹੋਇਆ ਕਿ ਸਿਹਰਿਆਂ ਤੇ ਪਾਬੰਦੀ ਲੱਗ ਗਈ ਕਿ ਪਾਲਕੀ ਸਾਹਿਬ ਤੇ ਨਾ ਸਜਾਇਆ ਜਾਵੇ? ਸਾਡੀਆਂ ਹੀ ਸਤਿਕਾਰਯੋਗ ਕੁਝ ਜਥੇਬੰਦੀਆਂ ਨੇ ਇਹਦਾ ਵਿਰੋਧ ਕਰਨਾ ਸ਼ੁਰੂ ਕਰਤਾ ਕਿ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕੀ ਸਰੂਪ ਜੋ ਪਾਲਕੀ ਵਿੱਚ ਲੈ ਕੇ ਜਾਂਦੇ ਹਾਂ, ਇਹ ਮਨਮਤ ਹੈ। ਠੀਕ ਹੈ, ਕਿਉਂਕਿ ਮੇਰੇ ਨਾਲ ਇਹ ਭਾਵਨਾ ਵਾਪਰੀ, ਮੇਰੇ ਨਾਲ ਵਾਪਰਿਆ ਸਭ ਕੁਝ। ਜਦ ਬਾਬਾ ਇੱਥੇ ਉਹ ਨਗਰ ਕੀਰਤਨ ਆਰੰਭ ਹੋਣ ਲੱਗਾ ਸੀ, ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਹੋਰ ਸੰਗਤ ਬੈਠੀ ਸੀ, ਨਗਰ ਕੀਰਤਨ ਆਰੰਭ ਹੋਣ ਲੱਗਾ ਤੇ ਮੈਨੂੰ ਕਹਿਣ ਲੱਗੇ ਇਹ ਸਿਹਰੇ ਕਿਉਂ ਲਗਾਏ ਗਏ ਹਨ, ਇਹ ਕਲੀਰੇ ਕਿਉਂ ਲਗਾਏ ਗਏ ਹਨ, ਕਿਉਂਕਿ ਸੰਗਤਾਂ ਦੀ ਭਾਵਨਾ ਹੈ। ਜੀ ਬਿਲਕੁਲ ਹੈ। ਜੰਮੂ, ਦਿੱਲੀ, ਮੈਂ ਕਿੱਥੋਂ ਨਾ ਲਾ, ਸੰਗਤ ਇੱਥੇ ਆਉਂਦੀ ਹੈ, ਸਿਹਰੇ ਚੜਾਉਂਦੀ ਹੈ, ਸਿਹਰਾ ਅਸੀਂ ਬਦਲ ਕੇ ਉਹਨੂੰ ਹੋਰ ਦੇ ਦਿੰਦੇ ਹਾਂ ਕਿ ਕਲੀਰੇ ਲੈ ਕੇ ਆਉਂਦੇ ਨੇ। ਉਹਨਾਂ ਨੇ ਮੈਨੂੰ ਐਸਾ ਦਬਕਾ ਮਾਰਿਆ ਜੋ ਮੈਂ ਬਿਆਨ ਨਹੀਂ ਕਰਨਾ ਚਾਹੁੰਦਾ ਇਸ ਵੇਲੇ, ਮੇਰੇ ਦਿਮਾਗ ਦੀ ਨਾਲੀ ਫਟ ਗਈ। ਮੈਂ ਉੱਠਿਆ, ਮੈਂ ਆਖਿਆ ਸ਼ਾਇਦ ਮੈਨੂੰ ਜ਼ੁਕਾਮ ਲੱਗ ਗਿਆ, ਮੇਰੀ ਨੱਕ ਤੋਂ ਬਲੀਡਿੰਗ ਹੋ ਰਹੀ ਸੀ ਬੜੀ। ਮੈਂ ਬਾਹਰ ਜਾ ਕੇ ਵਰਾਂਡੇ 'ਚ ਲੇਟ ਗਿਆ ਤੇ ਬਾਬਾ ਸੇਵਾ ਸਿੰਘ ਜੀ ਜੋ ਨਗਰ ਕੀਰਤਨ ਆਰੰਭ ਹੋ ਗਿਆ, ਬਾਬਾ ਸੇਵਾ ਸਿੰਘ ਖਡੂਰ ਸਾਲਿਆਂ ਨੇ ਮੈਨੂੰ ਆ ਕੇ ਕਾਫੀ ਸਮਾਂ ਮੇਰੇ ਮੱਥੇ ਤੇ ਹੱਥ ਰੱਖ ਛੱਡਿਆ। ਮੈਂ ਬੇਹੋਸ਼ ਹੋ ਗਿਆ ਸੀ, ਲੇਕਿਨ ਉਹਨਾਂ ਨੇ ਸਿਮਰਨ ਕਰਨ ਕਰਕੇ ਮੈਨੂੰ ਇਸ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੇ ਦੂਸਰੀ ਜ਼ਿੰਦਗੀ ਬਖਸ਼ ਦਿੱਤੀ। 10-15 ਮਿੰਟ ਉਹਨਾਂ ਮੇਰੇ ਮੱਥੇ ਤੇ ਹੱਥ ਰੱਖਿਆ, ਮੈਨੂੰ ਕਹਿਣ ਲੱਗੇ ਪ੍ਰਧਾਨ ਜੀ ਤੁਸੀਂ ਠੀਕ ਹੋ ਗਏ ਜੀ। ਉਹਨਾਂ ਦੀ ਆਸ਼ੀਰਵਾਦ ਸਦਕਾ ਹੀ ਇਹ ਮੈਨੂੰ ਦੂਸਰਾ ਜੀਵਨ ਮਿਲਿਆ। ਕਹਿਣ ਨੂੰ ਤੇ ਬਹੁਤ ਸਾਰੀਆਂ ਭਾਵਨਾ ਨੇ ਵੀਰ ਜੀ, ਪਰ ਬਿਆਨ ਕਰਨਾ ਬੜਾ ਔਖਾ, ਕਿਉਂਕਿ ਅਸੀਂ ਜੀਵਨ 'ਚ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ, ਲੇਕਿਨ ਜੋ ਜਥੇਬੰਦੀਆਂ ਅੱਜ ਇਸ ਲਹਿਰ ਨੂੰ ਲੈ ਕੇ ਜੇ ਕੋਈ ਵੀਰ ਨੇ ਆਪਣੇ ਗ੍ਰਹਿ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਹੈ, ਕਈ ਸਾਲ ਹੋ ਗਏ ਨੇ, ਉਹਨਾਂ ਦੇ ਘਰਾਂ 'ਚੋਂ ਇਸ ਮਹਾਰਾਜ ਦੇ ਸਰੂਪ ਚੁੱਕ ਕੇ ਲੈ ਕੇ ਜਾ ਰਹੇ। ਇਹ ਕਹਿੰਦੇ ਇਹ ਸਤਿਕਾਰ ਨਹੀਂ। ਮੈਂ ਨਾ ਕਿ ਉਹਨਾਂ ਦੀਆਂ ਭਾਵਨਾ ਨੂੰ ਸਮਝੋ। ਬਿਲਕੁਲ। ਮੈਂ ਪ੍ਰਧਾਨ ਜੀ ਅੱਜ ਖੁਸ਼ੀ ਦਾ ਪਲ ਹੈ, ਅੱਜ ਕੁਝ ਅਲੌਕਿਕ ਨਜ਼ਾਰਾ ਸੰਗਤ ਦੇਖਣ ਆਈ ਹੋਈ ਹੈ। ਅੱਜ ਵਿਆਹ ਵਾਲੇ ਘਰ ਦੇ ਵਿੱਚ ਅਸੀਂ ਕਹੀਏ ਤਾਂ ਆਏ ਹੋਏ ਹਾਂ ਮਾਤਾ ਸੁਲੱਖਣੀ ਦੇ ਘਰ, ਔਰ ਇਸ ਤਰ੍ਹਾਂ ਸੰਗਤ ਲੱਗ ਰਹੀ ਹੈ ਜਿਵੇਂ ਮਾਤਾ ਸੁਲੱਖਣੀ ਦੀ ਗੋਦ 'ਚ ਬੈਠੀ ਹੋਵੇ, ਗੁਰੂ ਨਾਨਕ ਪਾਤਸ਼ਾਹ ਨੂੰ ਨਿਹਾਰ ਰਹੀ ਹੋਵੇ, ਔਰ ਇਹ ਗੁਰੂ ਨਾਨਕ ਪਾਤਸ਼ਾਹ ਔਰ ਮਾਤਾ ਸੁਲੱਖਣੀ ਦੇ ਨਾਲ ਵਾਰਤਾਲਾਪ ਜਿਵੇਂ ਚੱਲ ਰਿਹਾ ਹੋਵੇ, ਗੱਲਬਾਤ ਹੋ ਰਹੀ ਹੋਵੇ। ਗੱਲ ਕਰੀਏ ਜੀ, ਔਰ ਗੱਲ ਕਰੀਏ ਆਪਾਂ ਇਸ ਪਾਸੇ, ਜਿਵੇਂ ਅਸੀਂ ਦੇਖ ਰਹੇ ਹਾਂ ਤਾਂ ਲੰਗਰ ਚੱਲ ਰਹੇ ਨੇ। ਜਿਵੇਂ ਆਮ ਵਿਆਹਾਂ ਵਾਲੇ ਘਰਾਂ ਦੇ ਵਿੱਚ ਹੁੰਦਾ ਨਾ ਕਿ ਇੱਕ ਪਾਸੇ ਜਿਹੜੇ ਨੇ ਪ੍ਰਾਹੁਣੇ ਬੈਠੇ ਹੁੰਦੇ ਨੇ, ਜਾਂ ਜਿਹੜਾ ਵਿਆਹ ਵਾਲਾ ਮੁੰਡਾ ਹੁੰਦਾ ਜਾਂ ਕੁੜੀ ਹੁੰਦੀ ਹੈ ਉਹ ਇੱਕ ਪਾਸੇ ਬੈਠੇ ਹੋਣਗੇ, ਔਰ ਬਾਕੀ ਜਿਹੜੀ ਬਾਰਾਤ ਹੈ ਖਾ ਪੀ ਰਹੀ ਹੁੰਦੀ ਹੈ। ਸੋ ਇਸੇ ਹੀ ਤਰ੍ਹਾਂ ਦੇ ਕੁਝ ਅਸੀਂ ਦੇਖ ਰਹੇ ਹਾਂ ਕਿ ਤਰ੍ਹਾਂ ਦੇ ਪਕਵਾਨ ਲੰਗਰ ਦੇ ਵਿੱਚ ਤਿਆਰ ਕੀਤੇ ਗਏ ਨੇ। ਸੇਮ ਵੈਸੇ ਹੀ ਜਿਸ ਤਰ੍ਹਾਂ ਇੱਕ ਬਾਰਾਤ ਦੇ ਸਵਾਗਤ ਦੇ ਲਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਨੇ, ਮਿੱਠੇ ਔਰ ਰੋਟੀ ਦੇ ਵਿੱਚ ਜਿਵੇਂ ਤਰ੍ਹਾਂ ਦੇ ਲੰਗਰ, ਤਰ੍ਹਾਂ ਦੇ ਪਦਾਰਥ ਤਿਆਰ ਕੀਤੇ ਜਾਂਦੇ ਨੇ, ਬੜੇ ਸਵਾਦਿਸ਼ਟ। ਵੈਸਾ ਹੀ ਲੰਗਰ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ, ਔਰ ਸੰਗਤ ਇਹੀ ਮਹਿਸੂਸ ਕਰ ਰਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਔਰ ਮਾਤਾ ਸੁਲੱਖਣੀ ਹਾਜ਼ਰ ਨਾਜ਼ਰ ਨੇ ਜੀ। ਲੰਗਰਾਂ ਦੀ ਗੱਲ ਮੈਂ ਬਿਲਕੁਲ ਕਰਨੀ ਚਾਹਾਂਗਾ। ਅੱਜ ਦੀ ਭਾਵਨਾ ਦਾ ਅਸੀਂ ਜ਼ਿਕਰ ਕਰੀਏ ਤਾਂ ਜਿਵੇਂ ਅਸੀਂ ਖੁਸ਼ ਹਾਂ, ਸੰਗਤ ਖੁਸ਼ ਹੈ, ਸਾਰੇ ਖੁਸ਼ ਨੇ। ਇੱਦਾਂ ਹੀ ਲੱਗ ਰਿਹਾ ਜਿਵੇਂ ਇੱਕ ਵਿਆਹ ਦੇ ਵਿੱਚ ਹੀ ਆਈ ਹੋਈ ਹੈ ਸੰਗਤ ਰੂਪੀ।
ਸੋ ਤੁਸੀਂ ਕੀ ਕਹਿੰਦੇ ਹੋ, ਅੱਜ ਲੰਗਰਾਂ ਦੇ ਵਿੱਚ ਤਿਆਰੀ ਕੈਸੀ ਸੀ, ਮਿੱਠੇ ਦੀ ਤਿਆਰੀ ਕੈਸੀ ਸੀ, ਖਾਣ ਪੀਣ ਚ ਜਿਹੜਾ ਲੰਗਰ ਦੀ ਹੈ ਸਮੱਗਰੀ ਉਹ ਕਿਸ ਤਰ੍ਹਾਂ ਦੀ, ਪਦਾਰਥ ਕੈਸੇ ਸੀ? ਪਦਾਰਥ ਸੰਗਤਾਂ ਵੱਖੋ ਵੱਖਰੇ ਲੈ ਕੇ ਆ ਰਹੀਆਂ ਹਨ ਜੀ। ਇਹ ਕਿਸੇ ਨੂੰ ਕਿਹਾ ਨਹੀਂ ਜਾਂਦਾ ਕਿ ਤੁਸੀਂ ਆਹ ਚੀਜ਼ ਲੈ ਕੇ ਆਓ। ਅੱਛਾ ਜੀ। ਇਹ ਉਹਨਾਂ ਦੇ ਮਨ ਦੀ ਭਾਵਨਾ ਹੁੰਦੀ ਕਿ ਅਸੀਂ ਕੀ ਤਿਆਰ ਕਰਕੇ ਸੰਗਤ ਵਾਸਤੇ ਕਰਨਾ। ਜੀ। ਕੋਈ ਪਕੌੜੇ ਕੱਢ ਰਿਹਾ, ਕੋਈ ਜਲੇਬੀਆਂ ਕੱਢ ਰਿਹਾ, ਕੋਈ ਬ੍ਰੈਡ ਪਕੌੜਾ ਤਰ ਰਿਹਾ, ਕੋਈ ਮਿੱਠੇ ਚੌਲ ਬਣਾ ਰਿਹਾ, ਕੋਈ ਲੂਣ ਵਾਲੇ ਬਣਾ ਰਿਹਾ। ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਹਰ ਆਦਮੀ ਦੀ ਆਪਣੀ ਭਾਵਨਾ ਹੁੰਦੀ ਹੈ ਕਿ ਮੈਂ ਕੀ ਲੈ ਕੇ ਜਾਣਾ। ਜੀ। ਕਿਉਂਕਿ ਜੋ ਉਹ ਅਰਦਾਸ ਕਰਦਾ ਨਾ, ਫਿਰ ਉਹਦੀ ਭਾਵਨਾ ਪੂਰੀ ਹੁੰਦੀ ਹੈ ਨਾ, ਤਾਂ ਉਹਦੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਜੀ ਬਿਲਕੁਲ ਹੈ ਜੀ। ਸੰਗਤਾਂ ਇੱਥੇ ਜਿੰਨੀਆਂ ਵੀ ਆਈਆਂ ਨੇ, ਵੈਸੇ ਤਾਂ ਕੋਈ ਐਸੀ ਸੰਗਤ ਨਹੀਂ ਹੈ ਜਿਹਦੀ ਮੰਨਤ ਪੂਰੀ ਨਾ ਹੋਈ ਹੋਵੇ। ਕਈ ਬੜੇ ਬੜੇ ਸਾਲਾਂ ਦੇ ਇੱਥੇ ਜੁੜੇ ਹੋਏ ਨੇ। ਕਈਆਂ ਨੇ ਜਦੋਂ ਬਚਪਨ 'ਚ ਛੋਟੇ ਛੋਟੇ ਆਏ ਸੀ ਉਦੋਂ ਦੀਆਂ ਸੇਵਾਵਾਂ ਕਰ ਰਹੇ ਨੇ, ਹੁਣ ਬਜ਼ੁਰਗ ਵੀ ਹੋ ਗਏ ਨੇ, ਔਰ ਉਹਨਾਂ ਨੂੰ ਪਤਾ ਜੀ, ਉਹਨਾਂ ਹੱਥ ਤੇ ਸਰੋਂ ਜਮਾ ਕੇ ਦੇਖੀ ਹੋਈ ਹੈ ਇਸ ਸਥਾਨ ਤੋਂ ਉਹਨਾਂ ਦੀਆਂ ਝੋਲੀਆਂ ਕਿੱਦਾਂ ਦੀਆਂ ਭਰੀਆਂ ਨੇ, ਕਿਹੜੇ ਸੁਪਨੇ ਉਹਨਾਂ ਦੇ ਸੱਚ ਹੋਏ ਨੇ। ਸੋ ਆਖਰੀ ਦੇ ਵਿੱਚ ਮੈਂ ਆਪ ਜੀ ਦੇ ਕੋਲੋਂ ਇਹੀ ਚਾਹਾਂਗਾ ਕਿ ਸੰਗਤ ਨੂੰ ਇੱਕ ਵਾਰੀ ਅੱਜ ਦੇ ਦਿਹਾੜੇ ਤੇ ਕਿਸ ਤਰ੍ਹਾਂ ਦਾ ਨਜ਼ਾਰਾ ਹੈ, ਪੂਰਾ ਸ਼ਹਿਰ ਦੁਲਹਨ ਵਾਂਗੂ ਸਜਾਇਆ ਪਿਆ ਹੈ, ਔਰ ਥੋੜੀ ਜੀ ਕਾਨੂੰਨੀ ਅੜਚਨ ਕਰਕੇ ਦਿੱਕਤ ਜ਼ਰੂਰ ਹੈ, ਪਰ ਜਦੋਂ ਗੁਰਦੁਆਰੇ ਦੇ ਅੰਦਰ ਦਾ ਨਜ਼ਾਰਾ ਦੇਖਣੇ ਤੇ ਪਤਾ ਹੀ ਨਹੀਂ ਚੱਲਦਾ ਕਿ ਇੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ ਸੰਗਤ ਦੀ। ਸੰਗਤ ਦੀ ਕੋਈ ਕਮੀ ਨਹੀਂ, ਕਿਉਂਕਿ ਸੰਗਤਾਂ 'ਚ ਇਤਨਾ ਉਤਸ਼ਾਹ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਤੇ ਜਗਤ ਮਾਤਾ ਸੁਲੱਖਣੀ ਜੀ ਦਾ ਅੱਜ ਵਿਆਹ ਪੁਰਬ ਮਨਾਇਆ ਜਾ ਰਿਹਾ। ਜੀ। ਕਿਉਂਕਿ ਜੋ ਵਿਆਹ 'ਚ ਖੁਸ਼ੀਆਂ ਹੁੰਦੀਆਂ ਨੇ ਉਹ ਅੱਜ ਵੀ ਉਸੇ ਤਰ੍ਹਾਂ ਹੀ ਦਿਖਾਈ ਦੇ ਰਹੀਆਂ ਹਨ। ਸੰਗਤਾਂ ਦੀ ਭਾਵਨਾ ਤੋਂ ਨਜ਼ਰ ਆ ਰਹੀਆਂ, ਸੰਗਤਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਕਿ ਕਿੰਨੀ ਖੁਸ਼ ਹੈ ਅੱਜ ਦੇ ਸਾਰੇ ਸ਼ਹਿਰ 'ਚ। ਜੀ। ਜਿੱਥੇ ਵੀ ਗੁਰੂ ਘਰ ਹਨ, ਸਾਰਿਆਂ ਨੇ ਸਜਾਵਟ ਕੀਤੀ ਹੈ, ਲੰਗਰ ਲਾ ਰਹੇ ਹਨ, ਜੋ ਵੀ ਉਹਨਾਂ ਦੇ ਸੰਗਤ ਉਹਨਾਂ ਨੂੰ ਸਹਿਯੋਗ ਦੇ ਰਹੀ ਹੈ। ਔਰ ਉਸੇ ਤਰ੍ਹਾਂ ਹੀ ਅਸੀਂ ਅਰਦਾਸ ਬੇਨਤੀ ਕਰਨੇ ਸੱਚੇ ਪਾਤਸ਼ਾਹ ਬਟਾਲੇ ਦੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖੋ। ਬਿਲਕੁਲ ਜੀ। ਇਹਨਾਂ ਨੂੰ ਨਾਮਦਾਨ ਬਖਸ਼ੋ, ਚੜ੍ਹਦੀ ਕਲਾ 'ਚ ਰੱਖੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ, ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਾਂਗੇ ਫਿਰ ਕੋਈ ਘਾਟ ਨਹੀਂ ਆਏਗੀ। ਪ੍ਰਧਾਨ ਜੀ, ਇੱਕ ਮੈਂ ਚਾਹਾਂਗਾ ਸਾਡੇ ਚੈਨਲ ਦੇ ਜ਼ਰੀਏ ਨਾ ਇੱਕ ਗੱਲ ਜ਼ਰੂਰ ਸਾਰੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਜ਼ਰੂਰ ਦੱਸਿਓ। ਬਟਾਲਾ ਦੇ ਵਿੱਚ ਬਹੁਤ ਸਾਰੀ ਸੰਗਤ ਵਿਦੇਸ਼ ਦੀ ਧਰਤੀ ਤੋਂ ਆਉਂਦੀ ਹੈ ਜਾਂ ਦੇਸ਼ ਦੇ ਦੂਜੇ ਕੋਨੇ ਤੋਂ ਆਉਂਦੀ ਹੈ। ਜਦੋਂ ਬਟਾਲੇ ਆਉਂਦੇ ਨੇ ਤਾਂ ਅਕਸਰ ਲੋਕ ਜਾਂ ਸੰਗਤ, ਮਾਫ ਚਾਹਾਂਗੇ ਜੀ, ਸੰਗਤ ਗੁਰਦੁਆਰਾ ਕੰਧ ਸਾਹਿਬ ਜਾ ਕੇ ਸਜਦਾ ਕਰਦੀ ਹੈ, ਮੱਥਾ ਟੇਕ ਲੈਂਦੀ ਹੈ, ਪਰ ਡੇਹਰਾ ਸਾਹਿਬ ਵੱਲ ਰੁਝਾਨ ਨਹੀਂ ਹੈ। ਇੱਥੇ ਸੰਗਤ ਬਹੁਤ ਘੱਟ ਆਉਂਦੀ ਹੈ, ਆਮਦ ਬੜੀ ਘੱਟ ਹੈ ਸੰਗਤ ਦੀ। ਡੇਰਾ ਸਾਹਿਬ ਦੇ ਇਸ ਪਵਿੱਤਰ ਸਥਾਨ ਨੂੰ ਕੌਣ ਲੁਕਾ ਰਿਹਾ? ਇਹ ਬਹੁਤ ਔਖਾ ਵਿਸ਼ਾ, ਮੈਂ ਮਾਫੀ ਚਾਹਾਂਗਾ ਕਿ ਮੈਂ ਬੋਲ ਨਹੀਂ ਸਕਦਾ। ਮੇਰੀ ਬੇਨਤੀ ਹੈ ਕਿ ਗੁਰਦੁਆਰਾ ਸ੍ਰੀ ਕੰਧ ਸਾਹਿਬ ਹੈ ਨਾ, ਜੋ ਗੁਰੂ ਨਾਨਕ ਦੇਵ ਦੀ ਬਰਾਤ ਦਾ ਉੱਥੇ ਉਤਾਰਾ ਸੀ। ਜੀ। ਜਦ ਉੱਥੇ ਗੁਰੂ ਨਾਨਕ ਦੇਵ ਜੀ ਇੱਕ ਕੱਚੀ ਕੰਧ ਥੱਲੇ ਬੈਠੇ ਸਨ, ਬਰਸਾਤ ਦਾ ਮੌਸਮ ਸੀ, ਇੱਕ ਬਜ਼ੁਰਗ ਮਾਤਾ ਜੀ ਆਏ, ਕਹਿਣ ਲੱਗੇ ਬੇਟਾ ਇਹ ਕੱਚੀ ਕੰਧ ਹੈ, ਇਹ ਡਿੱਗ ਪਵੇਗੀ, ਤੁਸੀਂ ਇੱਥੇ ਉੱਠ ਕੇ ਦੂਸਰੇ ਪਾਸੇ ਬੈਠ ਜਾਓ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਮਾਤਾ ਨੂੰ ਉਪਦੇਸ਼ ਦਿੱਤਾ ਕਿ ਮਾਤਾ ਜੀ ਇਹ ਜੋ ਕੱਚੀ ਕੰਧ ਹੈ ਸਾਡੇ ਵਿਆਹ ਦੀ ਨਿਸ਼ਾਨੀ ਹੋਵੇਗੀ, ਇਹ ਯੁੱਗਾਂ ਤੱਕ ਰਹੇਗੀ, ਜਿੰਨੀ ਤਾਰੇ ਦੁਨੀਆ ਇਹ ਸੰਸਾਰ ਰਹੇਗਾ, ਇਹ ਕੱਚੀ ਦੀਵਾਰ ਹੈ ਨਾ ਜੋ ਇਹ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ। ਪ੍ਰਚਾਰਕਾਂ ਨੇ ਇਹੀ ਕਹਿ ਦਿੱਤਾ ਹੈ ਕਿ ਨਿਸ਼ਾਨੀ ਰਹੇਗੀ। ਕੰਧ ਸਾਹਿਬ ਨੇ ਇਹ ਨੇ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਨੇ। ਪ੍ਰਚਾਰਕਾਂ ਨੇ ਇਹ ਨਹੀਂ ਦੱਸਿਆ ਕਿ ਡੇਰਾ ਸਾਹਿਬ ਕਿੱਥੇ ਨੇ, ਡੇਰਾ ਸਾਹਿਬ ਕੀ ਨੇ, ਡੇਰਾ ਸਾਹਿਬ ਕੀ ਹੋਇਆ ਸੀ। ਪ੍ਰਚਾਰਕ ਇੱਥੇ ਪਤਾ ਨਹੀਂ ਕਿਉਂ ਕੰਜੂਸੀ ਕਰ ਜਾਂਦੇ ਨੇ, ਕਿ ਜਾਂ ਕਿਸੇ ਦਾ ਇਸ਼ਾਰਾ ਹੁੰਦਾ ਕਿ ਡੇਰਾ ਸਾਹਿਬ ਬਾਰੇ ਘੱਟ ਬੋਲਿਓ, ਪਤਾ ਨਹੀਂ। ਚਲੋ ਖੈਰ, ਡੇਰਾ ਸਾਹਿਬ ਦੀ ਮਹਾਨਤਾ ਜੀ ਬਹੁਤ ਜ਼ਿਆਦਾ। ਜੇ ਮੈਂ ਚਾਹਾਂ, ਮੇਰੀ ਮਨ ਦੀ ਇੱਛਾ ਇਹ ਹੈ, ਮੇਰੀ ਭਾਵਨਾ ਇਹ ਕਹਿੰਦੀ ਹੈ ਕਿ ਕੰਧ ਸਾਹਿਬ ਵੀ ਮਹਾਨ ਨੇ, ਪਰ ਸਭ ਤੋਂ ਮਹਾਨ ਸਥਾਨ ਤੇ ਉਹ ਹੈ ਜਿੱਥੇ ਮਾਤਾ ਸੁਲੱਖਣੀ ਨੇ ਤਪ ਕੀਤਾ, ਜਿੱਥੇ ਮਾਤਾ ਸੁਲੱਖਣੀ ਨੇ ਇੰਤਜ਼ਾਰ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦਾ, ਜਿਸ ਅਸਥਾਨ ਦੇ ਉੱਤੇ ਮਾਤਾ ਸੁਲੱਖਣੀ ਦੇ ਫੇਰੇ ਹੁੰਦੇ ਨੇ ਨਿਰੰਕਾਰ ਜੋਤ ਦੇ ਨਾਲ, ਜਿੱਥੇ ਸਿੱਖੀ ਦੀ ਇੱਕ ਨਵੀਂ ਪਰੰਪਰਾ ਚੱਲਦੀ ਹੈ ਕਿ ਗ੍ਰਸਥ ਧਰਮ 'ਚ ਕਿਵੇਂ ਪ੍ਰਵੇਸ਼ ਕਰਨਾ ਹੈ। ਇਸ ਤੋਂ ਵੱਡਾ ਅਸਥਾਨ ਕੋਈ ਹੋ ਸਕਦਾ? ਅਸਥਾਨ ਤੇ ਵੱਡਾ ਕੋਈ ਨਹੀਂ ਹੋ ਸਕਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਮੁੱਚੀ ਲੋਕਾਈ ਨੂੰ ਸੰਦੇਸ਼ ਦਿੱਤਾ ਕਿ ਨਾਮ ਸਿਮਰਨ ਕਰੋ, ਵੰਡ ਛਕੋ,
ਕਿਉਂਕਿ ਇਹ ਕੋਈ ਛੋਟਾ ਉਦੇਸ਼ ਨਹੀਂ ਹੈ। ਜੀ 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 ਪਰ ਅਸੀਂ ਮੈਂ ਬਿਲਕੁਲ ਮੈਂ ਜਿੱਧਰ ਮੈਂ ਤੁਹਾਡੀ ਮਜਬੂਰੀ ਸਮਝ ਸਕਦਾ, ਤੁਸੀਂ ਹੁਣ ਥੋੜ੍ਹੀਆਂ ਗੱਲਾਂ ਘੁੱਟ ਰਹੇ ਜੀ, ਉਹਦਾ ਕਾਰਨ ਮੈਂ ਸਮਝ ਸਕਦਾ, ਮੈਂ ਨਹੀਂ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ, ਪਰ ਮੈਂ ਦੱਸ ਦਿੰਦਾ ਤੁਹਾਨੂੰ। ਉਹਦਾ ਕਾਰਨ ਇਹ ਹੈਗਾ ਕਿ ਗੁਰਦੁਆਰਾ ਡੇਰਾ ਸਾਹਿਬ, ਮੈਂ ਸੰਗਤ ਨੂੰ ਬਾਰ-ਬਾਰ ਕਹਿਣਾ ਕਿ ਅਸੀਂ ਗੁਰੂ ਨਾਨਕ ਦੇ ਦਰ ਤੇ ਖੜ ਕੇ ਉਹਨਾਂ ਨਾਲ ਝੂਠ ਨਹੀਂ ਬੋਲ ਸਕਦੇ। ਇਹ ਨਹੀਂ ਗੱਲ, ਜੇ ਉਹ ਗ੍ਰਹਿ ਪੁਰਾਣਾ ਸੀ ਨਾ, ਦਾਸ ਉਸ ਵੇਲੇ ਵੀ ਇੱਥੇ ਆਉਂਦਾ ਸੀ। ਜੀ 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 ਇੱਥੇ ਪੁਰਾਣਾ ਘਰ ਸੀ, ਉਹ ਪੱਥਰ ਦੀ ਪਲੇਟ ਲੱਗੀ ਹੋਈ ਸੀ, ਸਭ ਕੁਝ ਸੀ, ਸੰਗਮਰਮਰ ਵੀ ਲੱਗਾ ਹੋਇਆ ਸੀ, ਲੇਕਿਨ ਸਾਡੇ ਸਤਿਕਾਰਯੋਗ ਜਿਹੜੇ ਕਾਰਸਾਲੇ ਬਾਬਾ ਬਲਕਾਰ ਸਿੰਘ ਨੂੰ ਸੇਵਾ ਦਿੱਤੀ ਸੀ, ਉਹ ਅਧੂਰੀ ਛੱਡ ਕੇ ਚਲ ਗਏ। ਫਿਰ ਸੰਗਤਾਂ ਨੇ ਬਾਬਾ ਹਰਬੰਸ ਸਿੰਘ ਨੂੰ ਬੇਨਤੀ ਕੀਤੀ, ਦਿੱਲੀ ਜਾ ਕੇ ਕਈ ਵਾਰੀ ਬਟਾਲੇ ਸ਼ਹਿਰ ਦੀਆਂ ਸੰਗਤਾਂ ਮਿਲੀਆਂ, ਟਰੱਕ ਤੇ ਜਾਣਾ, ਕਾਰਾਂ ਤੇ ਜਾਣਾ, ਟ੍ਰੇਨਾਂ ਤੇ ਜਾਣਾ, ਔਰ ਕਾਫੀ ਸਮੇਂ ਬਾਅਦ ਬਾਬਾ ਹਰਬੰਸ ਸਿੰਘ ਨੇ ਹਾਂ ਕੀਤੀ ਤੇ ਇਸ ਇਮਾਰਤ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਬਟਾਲੇ ਦੇ ਇਸ ਵੇਲੇ ਇੰਦਰਜੀਤ ਸਿੰਘ ਜੀ ਹਰਪੁਰਾ ਸਾਹਿਬ ਜੋ DPR ਹਨ, ਉਹ ਵੀ ਭਾਈ ਸਾਹਿਬ ਤੁਹਾਡੇ ਵਾਂਗੂ ਬਹੁਤ ਖੋਜ ਕਰ ਰਹੇ ਹਨ। ਸਾਡੇ ਨਾਲ ਹੀ ਆ ਖੰਡਾ ਖੋਲਾ ਹੈ, ਮਹਾਰਾਜਾ ਰਣਜੀਤ ਸਿੰਘ ਇੱਥੇ ਆ ਕੇ ਇਸ ਇਮਾਰਤ 'ਚ ਰਹਿੰਦਾ ਰਿਹਾ, ਬਿਲਕੁਲ, ਕਿਉਂਕਿ ਉਹਨਾਂ ਦਾ ਸਹੁਰੇ ਦਾ ਘਰ ਸੀ। ਮੈਂ ਕਿਹਾ ਪ੍ਰਧਾਨ ਜੀ, ਸੰਗਤ ਜੀ ਅਸੀਂ ਗੱਲ ਸੁਣ ਰਹੀ ਹੈ, ਤਾਂ ਇਹਨਾਂ ਦੇ ਬਚਨ ਇਹੀ ਹੈਗੇ ਨੇ ਕਿ ਕਿਤੇ ਨਾ ਕਿਤੇ ਜਿਹੜੀ ਮਾਇਆ ਦੀ ਗੱਲਬਾਤ ਸੀਗਾ ਨਾ ਜੀ, ਉਹਦਾ ਕਰਕੇ ਇਹ ਅਸਥਾਨ ਥੋੜ੍ਹੇ ਜਿਹੇ ਲੁੱਕ ਗਏ, ਕਿਉਂਕਿ ਸ਼ਾਇਦ ਜ਼ਿਆਦਾ ਚੜਾਵੇ ਦੀ ਕਮੀ, ਸੰਗਤ ਨਹੀਂ ਆਈ, ਚੜਾਵਾ ਨਹੀਂ ਆਇਆ ਤੇ ਕਿਤੇ ਲੱਗਾ ਨਹੀਂ, ਜਦੋਂ ਕਿਤੇ ਵਾਹਿਗੁਰੂ ਜੀ ਇਹ ਗੱਲ ਨਹੀਂ। ਹਾਂ ਸਭ ਤੋਂ ਪੁਰਾਣਾ ਸਥਾਨ ਗੁਰਦੁਆਰਾ ਡੇਰਾ ਸਾਹਿਬ ਹੈ। ਜੀ ਜੀ, ਜਿਤਨੀ ਸੰਗਤ ਇੱਥੇ ਆਉਂਦੀ ਸੀ ਬਿਆਨ ਨਹੀਂ ਕੀਤੀ ਜਾ ਸਕਦੀ। ਹੁਣ ਕਿਉਂ ਘਟ ਗਈ? ਕਾਰਨ ਇਹ ਗੁਰੂ ਮਹਾਰਾਜ ਜਾਣਦਾ। ਮੈਂ ਮੁਸਕਰਾ ਕੇ ਦੱਸਤਾ ਇਹਨਾਂ ਨੇ, ਕਾਰਨ ਮੁਸਕਰਾ ਕੇ ਦੱਸ ਦਿੱਤਾ, ਤੁਸੀਂ ਵੀ ਸਮਝ ਗਏ ਹੋ। ਅੱਛਾ ਚਲੋ, ਅੱਜ ਦਾ ਪਾਵਨ ਦਿਹਾੜਾ, ਖੁਸ਼ੀ ਦਾ ਦਿਹਾੜਾ, ਸੰਗਤ ਇਸੇ ਅਸਥਾਨ ਨੂੰ ਬਹੁਤ ਸੁੰਦਰ ਤੇ ਬਹੁਤ ਵਧੀਆ ਬਣਾਏਗੀ, ਔਰ ਅਸੀਂ ਜਦੋਂ ਪ੍ਰਚਾਰ ਕਰਾਂਗੇ ਦੱਸਾਂਗੇ ਸੰਗਤਾਂ ਨੂੰ, ਸੰਗਤਾਂ ਆਪ ਮੁਹਾਰੇ ਹੀ ਇਸ ਅਸਥਾਨ ਦੇ ਉੱਤੇ ਸਜਦੇ ਕਰਨ ਲਈ ਆਉਣਗੀਆਂ। ਜਿਨ੍ਹਾਂ ਨੂੰ ਗੁਰੂ ਨਾਨਕ ਨਾਲ ਪਿਆਰ ਹੋਏਗਾ ਉਹ ਬਟਾਲੇ ਆ ਕੇ ਡੇਰਾ ਸਾਹਿਬ ਦੇ ਦਰਸ਼ਨ ਕੀਤੇ ਬਗੈਰ ਨਹੀਂ ਜਾਣਗੇ, ਇਹ ਅਸੀਂ ਸੰਗਤ ਨੂੰ ਵਾਅਦਾ ਕਰਦੇ ਹਾਂ। ਅਸੀਂ ਤੁਹਾਡੇ ਤੋਂ ਚਾਹੁੰਦੇ ਜੀ ਬਿਲਕੁਲ ਸ਼ਬਦ ਦੇ ਜਰੀਏ, ਸ਼ਬਦ ਦੀਆਂ 2 ਲਾਈਨਾਂ ਗੁਣਗੁਣਾ ਕੇ ਆਪਾਂ ਸੰਗਤਾਂ ਤੋਂ ਫਿਰ ਵਿਦਾ ਲਵਾਂਗੇ। ਕੋਈ ਇਸ ਮੌਕੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਪਾਵਨ ਦਿਹਾੜੇ ਤੇ, ਪਾਵਨ ਮੌਕੇ ਤੇ ਸ਼ਬਦ ਦੀਆਂ ਚੰਦ ਪੰਕਤੀਆਂ। ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਵਿਆਹ ਹੋਆ। ਜੀ ਜਦੋਂ ਸ਼ਬਦ ਚੱਲ ਰਿਹਾ ਸੀਗਾ ਤਾਂ ਸ਼ਬਦ ਦੇ ਦੌਰਾਨ ਹੀ ਮੈਂ ਇੱਕ ਵਾਰੀ ਕਹਾਂਗਾ ਜੀ, ਤੁਸੀਂ ਇਹ ਜੋ ਹੁਣੇ ਭੇਟਾ ਇੱਕ ਸੇਵਾਦਾਰ ਵੱਲੋਂ ਆਈ ਹੈ ਜੀ, ਇਹ ਸਿਹਰਾ ਵੀ ਮਤਲਬ ਇੱਥੇ ਚੜਾਇਆ ਗਿਆ ਸੀ, ਔਰ ਨਾਲ ਦੀ ਨਾਲ ਇੱਕ ਹਾਰ ਹੈ ਜੀ ਜਿਹੜਾ, ਇਹ ਵੀ ਗੁਰੂ ਸਾਹਿਬ ਦੇ ਵਾਸਤੇ ਜਿਹੜੇ ਆ ਸੰਗਤ ਵੱਲੋਂ ਉਹਨਾਂ ਦੀ ਭੇਟਾ ਜਿਹੜੀ ਹੈ ਲਿਆਂਦੀ ਗਈ। ਗੁਰੂ ਮਹਾਰਾਜ ਪ੍ਰਵਾਨ ਕਰਨ ਔਰ ਮਨੋਕਾਮਨਾ ਵੀ ਪੂਰਨ ਕਰਨ। ਕਿ ਤੁਸੀਂ ਸ਼ਬਦ ਦੀਆਂ ਕੋਈ ਲਾਈਨਾਂ ਸੁਣਾ ਸਕਦੇ ਸੰਗਤ ਨੂੰ ਇਸ ਮੌਕੇ ਜੀ? ਉਹਨਾਂ ਨੇ ਕਹੀ ਹੈ, ਮੈਂ ਤੇ ਤੁਹਾਡੇ ਕੋਲ ਵੀ ਕਹਿ ਰਿਹਾ, ਸਾਰੇ ਅਸੀਂ ਗਾਈਏ, ਕੋਈ ਗੱਲ ਨਹੀਂ ਜੀ। ਚਲੋ, ਅੱਜ ਦਾ ਦਿਹਾੜਾ ਤੇ ਇਸ ਤਰ੍ਹਾਂ ਸੀਗਾ। ਸੋ ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੇ ਵਰ ਪਾਇਆ। ਸੋ ਅੱਜ ਦਾ ਇਹ ਪਾਵਨ ਦਿਹਾੜੇ ਤੇ ਅਸੀਂ ਸਮੂਹ ਦੇਸ਼ਾਂ ਵਿਦੇਸ਼ਾਂ 'ਚ ਵੱਸਦੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਔਰ ਅੱਜ ਦੇ ਦਿਨ ਦੇ ਵਿੱਚ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੇ, ਆਪਣੇ ਪ੍ਰਦੇਸ਼ ਦੇ ਵਿੱਚ ਬੈਠੇ ਅੱਜ ਦੇ ਦਿਹਾੜੇ ਨੂੰ ਤੁਸੀਂ ਵੀ ਮਨਾਓ, ਜਿਸ ਤਰ੍ਹਾਂ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ, ਪੰਜਾਬ ਦੇ ਬਟਾਲਾ ਦੇ ਵਿੱਚ, ਜ਼ਿਲ੍ਹੇ ਗੁਰਦਾਸਪੁਰ ਦਾ ਸ਼ਹਿਰ ਬਟਾਲਾ, ਉੱਥੇ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਜਿਵੇਂ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਮਹਾਨ ਪਰਵ ਨੂੰ ਮਨਾਇਆ ਜਾ ਰਿਹਾ, ਵਿਵਾਹ ਪਰਵ ਨੂੰ, ਤੁਸੀਂ ਵੀ ਆਪੋ ਆਪਣੇ ਗੁਰਦੁਆਰਿਆਂ 'ਚ, ਆਪੋ ਆਪਣੇ ਇਲਾਕੇ 'ਚ, ਆਪੋ ਆਪਣੇ ਘਰਾਂ 'ਚ ਮਨਾਓ। ਗੁਰੂ ਨਾਨਕ ਪਾਤਸ਼ਾਹ ਤੁਹਾਡੀਆਂ ਮਨੋਕਾਮਨਾ ਵੀ ਪੂਰਨ ਕਰਨ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।